दूसरे दिन भी नहीं लभी, तीसरा दिन आ गया। जी। रोने क्यों है पर रोने का तो एक टाइम अद्धी रोटी किसी को मांग के खाती है। मंगी किसे को नहीं। ਮੰਗੀ ਗੱਲ ਦੱਸਾਂ ਤੁਹਾਨੂੰ, ਬੱਚਿਆਂ ਦੇ ਨਾ ਮਾਮੂ ਤੇ ਨਾਨੀ जी। ਉਮਰੇ ਤੇ ਗਏ अच्छा कदों। ਤੇ ਐਸੇ ਮਹੀਨੇ हम्म। ਉਮਰੇ ਤੇ ਗਏ ਤੇ ਤਵਾਫ ਕੀਤਾ ਉਹਨਾਂ ਨੇ ਜਾ ਕੇ। सही। ਤਵਾਫ ਕਰਕੇ ਤੇ ਸਹੀ ਹਲ ਜਾਣ ਲੱਗੇ ਨਾ, हम्म। ਰਸਤੇ 'ਚ ਸਹੀ ਹਲ ਜਾਂਦਿਆਂ ਜਿਹੜਾ ਨਾ ਨਾਨੀ ਗਵਾਚ ਗਈ। सही। किन्नवा दिन से उत्थे जदों गया सी। ਪਹਿਲਾ ਦਿਨ ਹੀ, ਪਹਿਲਾ ਦਿਨ ਪਹਿਲਾ ਤਵਾਫ ਕੀਤਾ। सही। ਪਹਿਲਾ ਤਵਾਫ ਕਰਕੇ यानी दोनों माँ बेटा से आपस ਹਾਂ ਮਾਂ ਬੇਟਾ ਸੀ ਆਪਸ ਦੇ ਵਿੱਚ। में। अच्छा। ਤੇ ਮਾਂ ਗਵਾਚ ਗਈ, ਵਾਲਦਾ ਜਦੋਂ ਗਵਾਚੀ ਤੇ ਲੱਭਣਾ ਸ਼ੁਰੂ ਕਰ ਦਿੱਤਾ ਬੇਟੇ ਨੇ। ਇੱਕ ਦਿਨ ਲੱਭਦੇ ਰਹੇ, ਸਾਰਾ ਦਿਨ ਗੁਜ਼ਰ ਗਿਆ, ਨਹੀਂ ਲੱਭੀ। ਤੇ ਮਜ਼ੇਦਾਰ ਉਹ ਦੀ ਵੀ ਗੱਲ ਤਵਾਫ ਕਰਨਾ ਹੁੰਦਾ ਹੈ। ਤਵਾਫ ਕਰਨਾ, ਤਵਾਫ ਤੋਂ ਬਾਅਦ ਸਹੀ ਕਰਨੀ ਹੁੰਦੀ ਹੈ। ਹਾਂਜੀ। ਰਸ਼ ਉੱਤੇ ਕਾਫੀ ਹੁੰਦਾ ਹੈ। ਰਸ਼ ਕਾਫੀ, ਤਵਾਫ 'ਚ ਵੀ ਕਾਫੀ ਰਸ਼ ਸੀ, ਸਹੀ 'ਚ ਵੀ ਕਾਫੀ ਸੀ। ਫਿਰ ਅਹਿਰਾਮ ਸਾਰਿਆਂ ਨੇ ਪਾਏ ਹੁੰਦੇ ਹਾਂ। ਤੇ ਲੱਭਣਾ ਵੀ ਔਖਾ, ਸਾਰੇ ਵਾਈਟ ਹੀ ਜਿਹੜਾ ਨਾ। ਸਹੀ। ਤੇ ਇੱਕ ਦਿਨ ਪੂਰਾ ਲੱਭਦੇ ਰਹੇ। ਮਜ਼ੇਦਾਰ ਦੀ ਗੱਲ ਇਹ ਕਿ ਉਹਨਾਂ ਕੋ ਕਾਗਜ਼ ਪੱਤਰ ਵੀ ਵਾਲਦਾ ਕੋ ਕੋਈ ਨਹੀਂ, ਸਹੀ। ਸਾਰਾ ਕੁਝ ਬੇਟੇ ਕੋ ਸੀ। ਬੇਟੇ ਕੋਲ। ਇੱਕ ਦਿਨ ਲੱਭਦੇ ਰਹੇ, ਕੋਈ ਸ਼ੈ ਨਹੀਂ ਲੱਭੀ। ਦੂਸਰਾ ਦਿਨ ਆ ਗਿਆ, ਦੂਸਰੇ ਦਿਨ ਲੱਭਦੇ ਰਹੇ, ਨਹੀਂ ਲੱਭੀ। ਦੂਸਰੇ ਦਿਨ ਫਿਰ ਇਹਨਾਂ ਨੇ ਆਪਣੇ ਪਾਕਿਸਤਾਨ ਏਜੰਟ ਨੂੰ ਫੋਨ ਕੀਤਾ ਨਾ। ਉਹ ਏਜੰਟ ਦਾ ਨੰਬਰ ਕਿਵੇਂ ਮਿਲਿਆ ਇਹਨਾਂ ਨੂੰ? ਨੰਬਰ ਤੇ ਕਿਉਂਕਿ ਉਹਦੇ ਜ਼ਰੀਏ ਗਏ ਸੀਗੇ। ਸਹੀ। ਉਹਨੇ ਵਾਲਦਾ ਨੇ ਨਹੀਂ ਕੀਤਾ, ਬੇਟੇ ਨੇ ਕੀਤਾ ਅੱਛਾ, ਨਾ। ਬੇਟੇ ਨੇ ਬੇਟੇ ਨੇ ਕੀਤਾ ਕਿ ਮੈਂ ਆਪਦੇ ਏਜੰਟ ਨੂੰ ਦੱਸਾਂ ਕਿ ਮੇਰੀ ਵਾਲਦਾ ਗਵਾਚ ਗਈ, ਅਗਰ ਉਹਨੂੰ ਕੋਈ ਕਾਲ ਆਉਂਦੀ ਜਾਂ ਕੋਈ ਹਿਸਾਬ ਅੱਛਾ, ਲਾ। ਉਹਦੇ ਜ਼ਹਿਨ 'ਚ ਵੀ ਅਗਲੇ ਦਿਨ ਆਇਆ। ਅਗਲੇ ਦਿਨ ਪਹਿਲੇ ਦਿਨ ਆਇਆ। ਵਿਚਾਰਾ ਲੱਭਦਾ ਰਿਹਾ। ਪਹਿਲੇ ਦਿਨ ਲੱਭਦਾ ਰਿਹਾ। ਅਗਲੇ ਦਿਨ ਏਜੰਟ ਨੂੰ ਫੋਨ ਕੀਤਾ ਕਿ ਮੇਰੀ ਵਾਲਦਾ ਐਵੇਂ ਗਵਾਚ ਗਈ, ਫਲਾਂ ਨਾਮ ਆ, ਅਗਰ ਤੁਹਾਨੂੰ ਕੋਈ ਕਾਲ ਵਗੈਰਾ ਜਾਂ ਕੋਈ ਇਤਲਾਹ ਹੋਵੇ ਤੇ ਮੇਰੇ ਨਾਲ ਤੁਸੀਂ ਰਾਬਤਾ ਕਰ ਲੈਣਾ। ਮੇਰਾ ਸਾਊਦੀਆ ਦਾ ਨੰਬਰ ਹੈ, ਆਪਦਾ ਨੰਬਰ ਏਜੰਟ ਨੂੰ ਦੇ ਦਿੱਤਾ ਨਾ। ਸਹੀ। ਦੂਸਰੇ ਦਿਨ ਵੀ ਨਹੀਂ ਲੱਭੀ, ਤੀਸਰਾ ਦਿਨ ਆ ਗਿਆ। ਜੀ। ਤੀਸਰਾ ਦਿਨ ਜਦੋਂ ਆਇਆ ਤੇ ਉਹ ਸਹੀ ਜਿੱਥੇ ਹੁੰਦੀ ਨਾ ਸਫਾ ਮਰਵਾ ਦੇ ਦੌਰਾਨ, ਉੱਥੇ ਕਿਤੇ ਬੈਠੀ ਹੋਈ ਸੀ। ਉੱਥੇ ਬੈਠੀ ਤੇ ਕਿਸੇ ਨੇ ਪੁੱਛਿਆ ਵੀ ਮਾਈ ਖੈਰ ਆ ਕਿ ਕਾਹਤੋਂ ਪਰੇਸ਼ਾਨ ਬੈਠੀ? ਹਮੇ ਰੋਣੇ ਕਿਉਂ ਹੈ ਪਰ ਰੋਣੀ ਕਾਹਤੋਂ? ਤੇ ਹਾਲਾਂਕਿ ਉਹ ਕੈਫੀਅਤ ਐਵੇਂ ਦੀ ਹੁੰਦੀ, ਬੰਦਾ ਕਿਸੇ ਨੂੰ ਪੁੱਛ ਵੀ ਨਹੀਂ ਸਕਦਾ ਨਾ ਵੀ ਕਾਹਤੋਂ ਰੋਣੀ ਪਈ। ਕਿਤੇ ਕੰਮ ਪਰ ਰੋਣ ਡਈ ਹੈ ਜਾਂ ਆਪਦੇ ਗੁਨਾਹਾਂ ਦੀ ਵਜ੍ਹਾ ਤੋਂ ਬੰਦਾ ਰੋ ਰਿਹਾ, ਜਾਂ ਵੈਸੇ ਕੈਫੀਅਤ ਇੱਕ ਰਿਕਤ ਅੰਗੇਜ਼ ਬਣ ਜਾਂਦੀ ਹੈ। ਜਾਂ ਕੋਈ ਹਾਜਤ ਹੈ, ਕੋਈ ਚਾਹਤ ਹੈ, ਕੋਈ ਅੱਲਾਹ ਤਾਲਾ ਕੋਲ ਕੋਈ ਚੀਜ਼ ਮੰਗ ਰਿਹਾ ਬੰਦਾ, ਜਾਂ ਹਾਂਜੀ ਉਹ ਬੇਟੀਆਂ ਦੇ ਵੀ ਮਸਲੇ ਹੁੰਦੇ ਨੇ, ਜਾਂ ਕੋਈ ਗੁਨਾਹ ਜਿਵੇਂ। ਤੇ ਖੈਰ ਉਹ ਬੁੜੀ ਨੇ ਪੁੱਛਿਆ ਵੀ ਕਾਹਤੋਂ ਰੋਣੀ ਪਈ ਜਿਹੜਾ। ਉਹਨੂੰ ਦੱਸਿਆ ਕਿ ਮੈਂ ਤਾਂ 3 ਦਿਨ ਹੋ ਗਿਆ, ਮੇਰਾ ਬੇਟਾ ਜਿਹੜਾ ਸੀ ਜੁਦਾ ਹੋ ਗਿਆ ਤੇ ਲੱਭਦਾ ਹੀ ਨਹੀਂ ਪਿਆ। ਤੇ ਉਹਨੇ ਪੁੱਛਿਆ ਕਿ ਮਾਈ ਕੋਈ ਕਾਗਜ਼ ਪੱਤਰ ਕੋਈ ਹੈ, ਕੋਈ ਸ਼ੈ ਤੇ ਕੋ? ਕਹਿੰਦੀ ਕੋਈ ਵੀ ਨਹੀਂ, ਬਸ ਆ ਜੁੱਤੀਆਂ ਵਾਲਾ ਬੈਗ ਹੀ ਆ। ਉਹ ਜੁੱਤੀਆਂ ਵਾਲਾ ਬੈਗ ਜਦੋਂ ਅੱਗੇ ਕੀਤਾ ਤੇ ਉਹ ਬੈਗ ਦੇ ਉੱਤੇ ਟਰੈਵਲ ਏਜੰਸੀ ਵਾਲਿਆਂ ਦਾ ਨੰਬਰ ਪਾਕਿਸਤਾਨੀ ਲਿਖਿਆ ਹੋਇਆ ਸੀ ਨਾ। ਸਹੀ। ਉਹ ਬੁੜੀ ਮਾਸ਼ਾਅੱਲਾ ਕੋਈ ਸਮਝਦਾਰ ਸੀ, ਉਹਨੇ ਪਾਕਿਸਤਾਨੀ ਨੰਬਰ ਤੇ ਕਾਲ ਕੀਤੀ ਵੀ ਐਵੇਂ ਤੁਹਾਡੇ ਸਰੀਏ ਫਲਾਨੀ ਔਰਤ ਆਈ ਹੋਈ ਉਮਰੇ ਤੇ ਐਵੇਂ ਗਵਾਚ ਗਈ ਆ। ਤੇ ਇਹਨੇ ਏਜੰਟ ਨੇ ਫਿਰ ਉਹਨੂੰ ਉਹਦੇ ਬੇਟੇ ਦਾ ਨੰਬਰ ਦਿੱਤਾ ਬੁੜੀ ਨੂੰ ਕਿ ਬੇਟਾ ਦਾ ਇੱਥੇ ਹੀ ਆਹ ਨੰਬਰ ਆ ਤੇ ਇਹਦੇ ਨਾਲ ਰਾਬਤਾ ਕਰਕੇ ਤੇ ਵਾਲਦਾ ਨੂੰ ਤੇ ਬੇਟੇ ਨੂੰ ਮਿਲਾ ਦਿਓ ਤੁਸੀਂ। ਉਹ ਬੁੜੀ ਨੇ ਬੇਟੇ ਨੂੰ ਕਾਲ ਕੀਤੀ ਤੇ ਉਹ ਲੱਭਦੇ ਲਪਾਉਂਦੇ ਜਿਹੜਾ ਨਾ ਮਿਲ ਗਿਆ ਦੋਨੇ। ਲੇਕਿਨ ਉਹ ਵਾਲਦਾ ਦੇ 3 ਦਿਨ ਜਿਹੜੇ ਗੁਜ਼ਰੇ ਪੀ ਕੇ ਆਬੇ ਜ਼ਮਜ਼ਮ ਤੇ ਗੁਜ਼ਾਰਾ ਹੋ ਜਾਂਦਾ ਸੀ, ਖਾਣ ਪੀਣ ਵਾਸਤੇ ਨਾ ਪੈਸਾ ਨਾ ਕੋਈ ਕਾਗਜ਼, ਕੋਈ ਸ਼ੈ ਵੀ ਕੋਲ ਕੋਈ ਨਹੀਂ। ਕੁੱਤਾ ਵੀ ਮਰਜ਼ ਵਗੈਰਾ ਜੋ ਮਾਈ ਉਹ ਠੀਕ ਸੀ? ਉਹ ਯਾਨੀ ਹਾਲਤ ਕੈਫੀਅਤ ਐਸੀ ਸੀ ਕਿ ਅਗਰ ਉਹ ਚਾਹ ਇੱਕ ਟਾਈਮ ਵੀ ਨਾ ਪੀਣ ਤਾਂ ਬਲੱਡ ਪ੍ਰੈਸ਼ਰ ਜਾਂ ਤਾਂ ਬਹੁਤ ਜ਼ਿਆਦਾ ਲੋ ਹੋ ਜਾਂਦਾ ਸੀ ਉਹਨਾਂ ਦਾ, ਜਾਂ ਹਾਈ ਹੋ ਜਾਂਦਾ ਸੀ। ਸਹੀ। ਪੁੱਤਰ ਉਹਨਾਂ ਦਾ ਪਰੇਸ਼ਾਨ ਸੀ ਇਸ ਵਜ੍ਹਾ ਤੋਂ ਕਿ ਅਗਰ ਵਾਲਦਾ ਨੂੰ ਮੰਮੀ ਨੂੰ ਇੱਕ ਦਿਨ ਦੀ ਵੀ ਚਾਹ ਨਾ ਲੱਭੀ ਤੇ ਉਹਨਾਂ ਦੀ ਤਬੀਅਤ ਤੇ ਖਰਾਬ ਹੋ ਜਾਣੀ। ਇਹ ਨਾ ਹੋਵੇ ਵੈਸੇ ਜਿਹੜਾ ਹੋਰ ਕੋਈ ਹਾਦਸਾ ਅੱਲਾ ਦੇ ਸਪੁਰਦ ਹੋ ਜਾਵੇ। ਇਸ ਵਜ੍ਹਾ ਤੋਂ ਜ਼ਿਆਦਾ ਪਰੇਸ਼ਾਨ ਹੋ ਰਿਹਾ ਸੀ। ਹੌਸਪੀਟਲਾਂ ਦੇ ਚੱਕਰ ਲਾ ਜਿਹੜਾ ਵੇਖ ਜਗ੍ਹਾ ਤੇ ਨਹੀਂ ਲੱਗੀ। ਲੇਕਿਨ ਅੱਲਾਹ ਤਾਲਾ ਕਰਮ ਐਸਾ ਹੋਇਆ ਕਿ ਆਬੇ ਜ਼ਮਜ਼ਮ ਵੈਸੇ ਹੀ ਜਿਹੜਾ ਵਾ ਸ਼ਿਫਾ ਹੀ ਸ਼ਿਫਾ, ਫਿਰ ਮੁਕੰਮਲ ਗਜ਼ਾ ਜਿਹੜਾ ਵਾ ਤੇ ਬਗੈਰ ਸਮਝ ਲਓ ਵੀ ਕੁਛ ਖਾਣ ਪੀਣ ਤੋਂ। ਇਹ 3 ਦਿਨਾਂ ਦੇ ਵਿੱਚ ਵਾਲਦਾ ਦੱਸਦੀ ਆ ਕਿ ਇੱਕ ਟਾਈਮ ਅੱਧੀ ਰੋਟੀ ਕਿਸੇ ਕੋ ਮੰਗ ਕੇ ਖਾਤੀ ਹੈ। ਮੰਗੀ ਕਿਸੇ ਕੋਲ? ਮੰਗੀ ਕਿਸੇ ਕੋ, ਪਤਾ ਤਾਂ ਹੁੰਦਾ ਨਹੀਂ ਹਾਲਾਤ ਦਾ, ਕਿੱਡੇ ਹੌਸਲੇ ਨਾਲ ਮੰਗੀ ਹੋਏਗੀ ਜਾਂ ਕੀ ਕੀਤਾ ਹੋਏਗਾ। ਖੈਰ 3 ਦਿਨਾਂ ਤੋਂ ਬਾਅਦ ਫਿਰ ਜਿਹੜਾ ਮੁਲਾਕਾਤ ਆਪਸ ਵਿੱਚ ਹੋ ਗਈ ਇਹਨਾਂ ਦੀ।
अल्लाह। मोहतरम नाज़रीन कराम, यहाँ मैं अल्लामा साहब ये तशरीफ़ लाए थे, ये कैफ़ियत बयान कर रहे थे, तो मैंने कहा चलो किसी न किसी बहाने आप तक भी कोई मालूमात पहुँचाते हैं। जब भी आप हज़रात के साथ कोई बुज़ुर्ग या कोई ख़ातून या इस तरह का कोई फ़र्द के जो पढ़ा लिखा नहीं या कुछ ज़्यादा समझ बूझ बेचारा नहीं रखता, तो सबसे पहले जिस होटल में आप रुकते हैं उस होटल का कार्ड उन्हें देना चाहिए। और दूसरे नंबर पर जब ऐसा होता है ना, तो जब भी बंदा इकट्ठे सफ़र करता है तो इस तरह के जो अफराद होते हैं, वालदा है या कोई और इस तरह के अफराद साथ हों, तो कुछ ना कुछ पैसे उनको भी दे देने चाहिए, ठीक, ताकि वो बवक्त ज़रूरत उन्हें काम आ सकें। मुझे ख़ुद याद है, अभी 2-4 माह पहले मुझे अल्लाह के फ़ज़ल से जाना हुआ, तो हमारे अज़ीज़ों में से भी जो ना वो मेरे बड़े करीबी अज़ीज़ थे, वो मियाँ बीवी दोनों थे। तो मैंने उनसे गुजारिश की कि आप इनको लाजमी पैसे दें, बल्कि थोड़ा सा मोहब्बत से प्यार से, यानी लड़ झगड़ के मैंने कहा मैंने कि इनको पैसे लाजमी दें कि बंदा आगे पीछे भी हो सकता है। ज़ाहिर इतना रश होता है, कैफियत का अंदाज़ा नहीं होता। तो ये एक बेहतरीन मिसाल अल्लामा साहब ने बयान की है। पैसे भी दे देने चाहिए, कार्ड दे देना चाहिए, और ये समझा देना चाहिए कि कार्ड दाएँ बाएँ नहीं होना चाहिए। एक और बड़ी अहम बात है, वो ये कि जब कभी इस तरह का मामला हो तो लाजमी तौर पर जो वहाँ का अमला है, वहाँ जो इदारे हैं, उन्हें लाजमी इत्तला करें। वो फ़ौरन से पहले बंदा तलाश कर लेते, मतलब कर लेते होते हैं। फ़ौरन से पहले का मतलब यह है कि बंदे को इतनी मुश्किल मुशक्क़त नहीं होती। और एक और चीज़ ये है कि हर मांगने वाला भिखारी नहीं होता।